ਹੈਲੋ ਸਟੂਡੈਂਟਸ, ਅੱਜ ਆਪਾਂ 9th ਕਲਾਸ ਦੇ ਵਿੱਚ ਕਹਾਣੀਆਂ ਦੀ ਜਿਹੜੀ ਦੁਹਰਾਈ ਆਪਣੀ ਚੱਲ ਰਹੀ ਹੈ ਸਿਲੇਬਸ ਦੀ, ਉਹਦੇ ਵਿੱਚੋਂ ਦੂਸਰੇ ਨੰਬਰ 'ਤੇ ਕਹਾਣੀ ਪਰਦੇਸ ਨਾ ਤੋ ਤੋਰੀ ਬਾਬਲਾ ਕਹਾਣੀ ਦੀ ਰਿਵੀਜ਼ਨ ਕਰਾਂਗੇ, ਜਿਸ ਨੂੰ ਕਿ ਬੰਦ ਸਿੰਘ ਚੱਠਾ ਨੇ ਲਿਖਿਆ ਹੈ। ਪਹਿਲਾਂ ਬੇਟੇ ਆਪਾਂ ਇਹ ਕਹਾਣੀ ਸਾਰੀ ਆਪਾਂ ਕਰ ਚੁੱਕੇ ਹੋਏ ਹਾਂ, ਪਰੰਤੂ ਇਹਦੇ ਪ੍ਰਸ਼ਨ ਉੱਤਰ ਦੁਆਰਾ ਇਹਦੀ ਦੁਹਰਾਈ ਕਰਨ ਤੋਂ ਪਹਿਲਾਂ, ਰਿਵੀਜ਼ਨ ਤੋਂ ਪਹਿਲਾਂ ਆਪਾਂ ਥੋੜ੍ਹਾ ਜਿਹਾ ਇਹਦਾ ਸੰਖੇਪ ਦੇ ਵਿੱਚ ਇਹਦਾ ਵਰਣਨ ਦੱਸੀਏ ਕਹਾਣੀ ਦਾ। ਇਹ ਕਹਾਣੀ ਜਿਹੜੀ ਹੈ ਬੰਦ ਸਿੰਘ ਚੱਠਾ ਦੀ ਲਿਖੀ ਹੋਈ ਹੈ। ਇਸ ਕਹਾਣੀ ਦੇ ਵਿੱਚ ਜਿਹੜਾ ਕਹਾਣੀਕਾਰ ਹੈ, ਜਿਸ ਤਰ੍ਹਾਂ ਲੋਕਾਂ ਦਾ ਟਰੈਂਡ ਹੈ ਵੀ ਆਪਣੇ ਬੱਚਿਆਂ ਨੂੰ ਬਾਹਰ ਭੇਜ ਰਹੇ ਹਨ, ਅਤੇ ਕਹਾਣੀਕਾਰ ਬੰਦ ਸਿੰਘ ਚੱਠਾ ਅਤੇ ਉਸਦੀ ਪਤਨੀ ਦੋਨੋਂ ਇਹ ਚਾਹੁੰਦੇ ਹੈ ਕਿ ਅਸੀਂ ਵੀ ਆਪਣੀ ਬੇਟੀ ਨੂੰ ਉੱਥੇ ਬਾਹਰ ਭੇਜੀਏ, ਕਿਉਂਕਿ ਉਸਨੇ MA BEd ਕੀਤੀ ਹੋਈ ਹੈ ਅਤੇ ਇੰਡੀਆ ਦੇ ਵਿੱਚ ਜਿਸ ਤਰ੍ਹਾਂ ਨੌਕਰੀਆਂ ਨਹੀਂ ਮਿਲਦੀਆਂ ਅਤੇ ਜਿਹੜੇ ਹੈਗੇ ਆ ਮਾਂ-ਬਾਪ ਹੈਗੇ ਆ ਜਾਂ ਬੱਚੇ ਹੈਗੇ ਬਹੁਤ ਪਰੇਸ਼ਾਨ ਹੋ ਜਾਂਦੇ ਆ, ਅਤੇ ਉਹ ਸੋਚਦੇ ਹੈਗੇ ਵੀ ਹੁਣ ਉਹਨਾਂ ਦੀ ਧੀ ਨੇ MA BEd ਕਰ ਲਈ ਹੈ ਅਤੇ ਅਸੀਂ ਇਸ ਦਾ ਵਿਆਹ ਕਿਸੇ ਬਾਹਰੋਂ ਆਏ ਮੁੰਡੇ ਦੇ ਨਾਲ ਕਰਦੇ ਹਾਂ। ਇਸ ਭਾਲ ਦੇ ਵਿੱਚ ਜਿਹੜਾ ਕਹਾਣੀਕਾਰ ਹੈਗਾ ਉਹ ਅਜਿਹੇ ਦੋਸਤਾਂ ਦੀ ਭਾਲ ਕਰਦਾ ਜਿਨ੍ਹਾਂ ਦੇ ਰਿਸ਼ਤੇਦਾਰ ਬਾਹਰ ਗਏ ਹੋਏ ਹਨ। ਫਿਰ ਉਹ ਆਪਣੇ ਦੋਸਤ ਦੇ ਨਾਲ, ਉਹਦਾ ਦੋਸਤ ਜਿਹੜਾ ਹੈਗਾ ਕਹਾਣੀਕਾਰ ਦਾ ਦੋਸਤ, ਉਹ ਇੱਕ ਦੱਸ ਪਾਉਂਦਾ ਮੁੰਡੇ ਦੀ ਵੀ ਉਹਦਾ ਵੀ ਕੈਨੇਡਾ ਤੋਂ ਮੁੰਡਾ ਆਇਆ ਹੈ। ਅਤੇ ਜਦੋਂ ਕਹਾਣੀਕਾਰ ਆਪਣੇ ਦੋਸਤ ਨੂੰ ਨਾਲ ਜਾ ਕੇ ਉਸ ਮੁੰਡੇ ਨੂੰ ਦੇਖਣ ਜਾਂਦਾ ਹੈ ਤਾਂ ਉਸਦੀ ਮੁੰਡੇ ਦੀ ਉਮਰ ਕਿੰਨੀ 40-45 ਸਾਲ ਦੀ ਲੱਗਦੀ ਹੈ, ਜਿਸ ਨੂੰ ਦੇਖ ਕੇ ਕਹਾਣੀਕਾਰ ਦਾ ਰੰਗ ਜਿਹੜਾ ਹੈ ਪੀਲਾ ਪੈ ਜਾਂਦਾ ਹੈ, ਕਿਉਂਕਿ ਉਹ ਦੇਖਦਾ ਵੀ ਮੇਰੀ ਧੀ ਦੀ ਜਿਹੜੀ ਉਮਰ ਹੈ ਉਹ ਤਾਂ ਸਾਰੀ 20-25 ਸਾਲ ਦੀ ਹੈ ਅਤੇ ਇਹਦੀ ਉਮਰ 40-45 ਸਾਲ ਦੀ ਲੱਗਦੀ ਹੈ, ਵੀ ਅੱਧੋ ਅੱਧ ਦਾ ਫਰਕ ਹੈ। ਤਾਂ ਪਰੰਤੂ ਜਿਹੜਾ ਕਹਾਣੀਕਾਰ ਦਾ ਦੋਸਤ ਉਸ ਨੂੰ ਕਹਿੰਦਾ ਹੈ ਕਿ ਬਾਹਰ ਗਏ ਮੁੰਡਿਆਂ ਦੀ ਉਮਰ ਤਾਂ ਅਕਸਰ ਹੀ ਇੰਨੀ ਹੋ ਜਾਂਦੀ ਹੈ, ਇਸ ਕਰਕੇ ਤੈਨੂੰ ਘਬਰਾਉਣਾ ਨਹੀਂ ਚਾਹੀਦਾ, ਤੂੰ ਸਿਰਫ ਇਹ ਦੇਖ ਵੀ ਤੇਰੀ ਧੀ ਇਹਦੇ ਨਾਲ ਰਾਜ ਕਰੂਗੀ, ਬਾਹਰ ਚਲੀ ਜਾਊਗੀ, ਇਸ ਤੋਂ ਬਾਅਦ ਤੁਸੀਂ ਵੀ ਬਾਹਰ ਚਲੇ ਜਾਓਗੇ। ਘਰੇ ਕਿ ਜਾ ਕੇ ਉਹ ਆਪਣੀ ਜਦੋਂ ਪਤਨੀ ਨਾਲ ਗੱਲ ਕਰਦਾ ਹੈ ਤਾਂ ਉਸਦੀ ਪਤਨੀ ਵੀ ਇਹੀ ਗੱਲ ਕਹਿੰਦੀ ਹੈ, ਕੋਈ ਗੱਲ ਨਹੀਂ, ਬਾਹਰਲੇ ਮੁੰਡਿਆਂ ਦੀ ਪੜ੍ਹਦੇ ਪੜ੍ਹਾਉਂਦੇ ਜਾਂ ਸੈੱਟ ਹੋਣ 'ਤੇ ਬਾਹਰਲੇ ਮੁੰਡਿਆਂ ਦੀ ਉਮਰ ਅਕਸਰ ਹੀ ਇੰਨੀ ਹੋ ਜਾਂਦੀ ਹੈ, ਕੋਈ ਗੱਲ ਨਹੀਂ, ਆਪਾਂ ਉਸ ਮੁੰਡੇ ਦੇ ਨਾਲ ਆਪਣੀ ਧੀ ਦਾ ਵਿਆਹ ਕਰ ਦੇਵਾਂਗੇ। ਇਸ ਤੋਂ ਬਾਅਦ ਜਿਹੜਾ ਉਹ ਲੜਕਾ ਕੈਨੇਡਾ ਤੋਂ ਆਇਆ ਲੜਕਾ ਆਪਣੀ ਮਾਂ ਦੇ ਨਾਲ ਉਹ ਕੁੜੀ ਨੂੰ ਦੇਖਣ ਜਾਂਦਾ ਹੈ, ਅਤੇ ਜਦੋਂ ਉਹਦੀ ਧੀ ਨੂੰ ਪਤਾ ਚੱਲਦਾ ਹੈ ਕਿ ਇਹ ਮੇਰਾ ਰਿਸ਼ਤਾ ਜਿਹੜਾ ਹੈਗਾ ਬਾਹਰਲੇ ਮੁੰਡੇ ਨਾਲ ਕਰ ਰਹੇ ਹਨ, ਕਿਉਂਕਿ ਜਿਹੜੀ ਉਹਨਾਂ ਦੀ ਧੀ ਰਾਣੀ ਹੁੰਦੀ ਹੈ ਉਹ ਕਦੇ ਵੀ ਨਹੀਂ ਸੀ ਚਾਹੁੰਦੀ ਵੀ ਮੇਰਾ ਵਿਆਹ ਬਾਹਰਲੇ ਦੇਸ਼ 'ਚ ਹੋਵੇ। ਪਰੰਤੂ ਜਦੋਂ ਉਹ ਅੰਦਰੋਂ ਦੇਖਦੀ ਹੈ ਕਿ ਵੀ ਉਮਰ ਉਸਦੀ ਜ਼ਿਆਦਾ ਹੈ ਤਾਂ ਉਹ ਆਪਣੀ ਸਹੇਲੀ ਦੁਆਰਾ ਆਪਣੇ ਪਿਤਾ ਨੂੰ ਅੰਦਰ ਬੁਲਾਉਂਦੀ ਹੈ ਅਤੇ ਕਹਿੰਦੀ ਹੈ ਕਿ ਜੇ ਇਸ ਬੁੱਢੇ ਦੇ ਨਾਲ ਮੇਰਾ ਵਿਆਹ ਕੀਤਾ ਹੈ ਤਾਂ ਮੈਂ ਕਿਸੇ ਖੂਹ ਜਾਂ ਟੋਏ ਦੇ ਵਿੱਚ ਛਾਲ ਮਾਰ ਕੇ ਆਤਮ ਹੱਤਿਆ ਕਰ ਲੂੰਗੀ। ਅਤੇ ਧੀ ਦੇ ਮੂੰਹੋਂ ਇਹ ਗੱਲ ਸੁਣਦੇ ਸਾਰ ਹੀ ਜਿਹੜਾ ਕਹਾਣੀਕਾਰ ਪੱਥਰ ਬਣ ਜਾਂਦਾ ਹੈ, ਅਤੇ ਉਹ ਆਪਣੇ ਜਦੋਂ ਉਹ ਕਹਿੰਦਾ ਵੀ ਜੇ ਮੇਰੀ ਧੀ ਨੇ ਆਤਮ ਹੱਤਿਆ ਹੀ ਕਰ ਲਈ ਤਾਂ ਫਿਰ ਕਿਹੜਾ ਬਾਹਰ ਅਤੇ ਕਿਹੜਾ ਮੁੰਡਾ। ਤਾਂ ਫਿਰ ਉਹ ਆਪਣੇ ਦੋਸਤ ਨੂੰ ਦੁੱਧ ਵਰਗਾ ਚਿੱਟਾ ਜਵਾਬ ਦੇ ਦਿੰਦਾ ਹੈ ਕਿ ਮੈਂ ਆਪਣੀ ਧੀ ਦਾ ਵਿਆਹ ਇਸ ਮੁੰਡੇ ਦੇ ਨਾਲ ਨਹੀਂ ਕਰੂੰਗਾ, ਕਿਉਂਕਿ ਮੇਰੀ ਧੀ ਕਹਿੰਦੀ ਹੈ ਕਿ ਵੀ ਜੇ ਮੇਰਾ ਇਸ ਮੁੰਡੇ ਦੇ ਨਾਲ ਵਿਆਹ ਕੀਤਾ ਤਾਂ ਮੈਂ ਆਤਮ ਹੱਤਿਆ ਕਰ ਲੂੰਗੀ। ਅਤੇ ਉਸ ਤੋਂ ਬਾਅਦ ਉਹ ਅਖੀਰ 'ਤੇ ਫੈਸਲਾ ਕਰਦੇ ਹੈ ਕਿ ਅਸੀਂ ਆਪਣੀ ਧੀ ਦਾ ਵਿਆਹ ਜਿਹੜਾ ਹੈਗਾ ਉਹ ਇੰਡੀਆ ਦੇ ਵਿੱਚ ਹੀ ਕਰਾਂਗੇ, ਬਾਹਰਲੇ ਮੁੰਡੇ ਦੇ ਨਾਲ ਨਹੀਂ ਕਰਾਂਗੇ। ਇਸ ਤਰ੍ਹਾਂ ਜਿਹੜੇ ਬਾਹਰਲੇ ਲੋਕ ਜਿਹੜੇ ਹੁੰਦੇ ਹੈਗੇ ਆ ਅਕਸਰ ਹੀ ਕੁੜੀ ਵਾਲਿਆਂ ਪਾਸੋਂ ਲੱਖਾਂ ਰੁਪਏ ਦਾਜ ਦੇ ਰੂਪ ਵਿੱਚ ਲੈ ਲੈਂਦੇ ਹਨ, ਅਤੇ ਵਿਆਹੀ ਹੋਈ ਕੁੜੀ ਸਾਰੀ ਉਮਰ ਸੰਤਾਪ ਭੋਗਦੀ ਹੋਈ ਆਪਣੇ ਪਤੀ ਨੂੰ ਉਡੀਕਦੀ ਰਹਿੰਦੀ ਹੈ। ਇਸ ਕਹਾਣੀ ਵਿੱਚ ਬਾਹਰਲੇ ਮੁੰਡਿਆਂ ਵੱਲੋਂ ਭੋਲੇ ਭਾਲੇ ਲੋਕਾਂ ਦੀਆਂ ਸਧਰਾਂ ਨਾਲ ਖਿਲਵਾੜ ਕਰਨ ਦਾ ਵੀ ਬਾਜ਼ ਉਗਾੜਿਆ ਗਿਆ ਹੈ। ਇਹ ਬੇਟੇ ਆਪਣੀ ਕਹਾਣੀ ਦੀ ਵਿਸ਼ੇਸ਼ ਟਿੱਪਣੀ ਸੀਗੀ। ਇਹ ਜਸਟ ਕਹਾਣੀ ਤੁਹਾਨੂੰ ਤਾਂ ਇੰਨੀ ਕੁ ਦੱਸੀ ਹੈ ਤਾਂ ਕਿ ਜਦੋਂ ਆਪਾਂ ਪ੍ਰਸ਼ਨ ਉੱਤਰ ਕਰੀਏ ਤਾਂ ਤੁਹਾਨੂੰ ਉਸ ਕਹਾਣੀ ਬਾਰੇ ਸਮਝ ਲੱਗ ਜਾਏ, ਫਿਰ ਹੀ ਆਪਾਂ ਪ੍ਰਸ਼ਨ ਉੱਤਰ ਵਧੀਆ ਢੰਗ ਨਾਲ ਆਪਾਂ ਕਰ ਸਕਦੇ ਹਾਂ। ਹਾਂਜੀ, ਇਸ ਤੋਂ ਬਾਅਦ ਇਹਦੇ ਪ੍ਰਸ਼ਨ ਉੱਤਰ, ਜਿਸ ਤਰ੍ਹਾਂ ਪਰਦੇਸ ਨਾ ਤੋ ਤੋਰੀ ਬਾਬਲਾ ਕਹਾਣੀ ਕਿਸ ਕਹਾਣੀਕਾਰ ਦੁਆਰਾ ਲਿਖੀ ਗਈ ਹੈ? ਇਹ ਬੰਦ ਸਿੰਘ ਚੱਠਾ ਦੀ ਜੀ, ਇਹ ਇਹਦੀ ਆਪਦੀ ਹੀ ਕਹਾਣੀ ਹੈ। ਕਹਾਣੀਕਾਰ ਦੀ ਧੀ ਦਾ ਕੀ ਨਾਮ ਸੀ? ਰਾਣੀ। MA BEd ਕਿਸ ਨੇ ਕੀਤੀ ਹੋਈ ਸੀ? ਰਾਣੀ ਨੇ। ਕਹਾਣੀਕਾਰ ਦੀ ਪਤਨੀ ਨੇ ਕਿਸ ਨੂੰ ਜਹਾਜ਼ ਵਿੱਚ 7 ਸਮੁੰਦਰੋਂ ਪਾਰ ਚੜ੍ਹਾ ਦੇਣ ਦੀ ਸਲਾਹ ਦਿੱਤੀ? ਹਾਂਜੀ, ਕਹਾਣੀਕਾਰ ਦੀ ਪਤਨੀ ਨੇ ਕਿਸ ਨੂੰ ਦਿੱਤੀ ਸੀਗੀ? ਆਪਣੀ ਧੀ ਨੂੰ। ਕਿਸੇ ਵੀ ਅਸੀਂ ਤੈਨੂੰ ਵੀ ਆਪਣੀ ਧੀ ਨੂੰ 7 ਸਮੁੰਦਰੋਂ ਜਹਾਜ਼ 'ਚ ਬਿਠਾ ਕੇ ਭੇਜ ਦੇਵਾਂਗੇ। ਕਿਸ ਦੀਆਂ ਡਰਾਉਣੀਆਂ ਗੱਲਾਂ ਸੁਣ ਕੇ ਕਹਾਣੀਕਾਰ ਨੇ ਧੀ ਨੂੰ ਵਿਦੇਸ਼ ਭੇਜਣ ਦਾ ਪੱਕਾ ਮਨ ਬਣਾ ਲਿਆ? ਆਪਣੀ ਪਤਨੀ ਦੀਆਂ, ਕਿਉਂਕਿ ਉਹਦੀ ਪਤਨੀ ਕਹਿੰਦੀ ਸੀ ਵੀ ਜੇ ਆਪਣੀ ਧੀ ਇੱਥੇ ਹੀ ਰਹੀ ਤਾਂ ਨੌਕਰੀ ਮਿਲਣੀ ਨਹੀਂ, ਇਹ ਵੀ ਲੋਕਾਂ ਦੀਆਂ ਧੀਆਂ ਵਾਂਗੂ ਮਤਲਬ ਨੌਕਰੀ ਦੀ ਭਾਲ ਦੇ ਵਿੱਚ ਸਰਕਾਰ ਕੋਲੋਂ ਡੰਡੇ ਖਾਊਗੀ। ਧੀ ਨੂੰ ਵਿਦੇਸ਼ ਭੇਜਣ ਦੀ ਇੱਛਾ ਕਿਸ ਵਿੱਚ ਬਦਲੀ ਹੋ ਗਈ? ਲਾਲਚ ਵਿੱਚ। ਤਾਂ ਪਹਿਲਾਂ ਤਾਂ ਉਹਨਾਂ ਦਾ ਇਹੀ ਸੀ ਵੀ ਅਸੀਂ ਆਪਣੀ ਧੀ ਨੂੰ ਵਿਦੇਸ਼ ਭੇਜ ਦਾਂਗੇ, ਫਿਰ ਹੌਲੀ ਹੌਲੀ ਉਹਨਾਂ ਦੀ ਇਹ ਇੱਛਾ ਲਾਲਚ ਵਿੱਚ ਬਦਲ ਗਈ ਕਿ ਹੌਲੀ ਹੌਲੀ ਕਰਕੇ ਅਸੀਂ ਵੀ ਬਾਹਰ ਜਾ ਕੇ ਸੈੱਟ ਹੋ ਜਾਵਾਂਗੇ, ਤਾਂ ਉਹਨਾਂ ਦਾ ਉਸ ਵਿੱਚ ਲਾਲਚ ਵੀ ਸ਼ਾਮਲ ਹੋ ਗਿਆ। ਕੁੜੀ ਦੇ ਵਿਆਹ ਪਿੱਛੋਂ ਕਹਾਣੀਕਾਰ ਦਾ ਸਾਰਾ ਟੱਬਰ ਕਿੱਥੇ ਸੈੱਟ ਹੋਣ ਬਾਰੇ ਸੋਚ ਰਿਹਾ ਸੀ? ਵਿਦੇਸ਼ ਵਿੱਚ। ਸਾਰੇ ਟੱਬਰਾਂ ਦੀ ਰਾਤਾਂ ਦੀ ਨੀਂਦ ਕਿਉਂ ਉੱਡ ਗਈ ਸੀ? ਕਿਉਂਕਿ ਸਾਰੇ ਟੱਬਰ ਨੇ ਸੀ ਵੀ ਜੇ ਸਾਡੀ ਧੀ ਦਾ ਵਿਆਹ ਬਾਹਰ ਹੋ ਗਿਆ ਤਾਂ ਅਸੀਂ ਵੀ ਜਲਦੀ ਹੀ ਬਾਹਰ ਚਲੇ ਜਾਵਾਂਗੇ, ਬਾਹਰ ਜਾਣ ਦੀ ਖੁਸ਼ੀ ਵਿੱਚ। ਪੰਜਾਬ ਵਿੱਚ ਵਿਆਹ ਕਰਵਾਉਣ ਲਈ ਕਿਸ ਦੇਸ਼ ਤੋਂ ਆਇਆ ਸੀ? ਕੈਨੇਡਾ ਤੋਂ। ਵਿਦੇਸ਼ ਵਿੱਚੋਂ ਆਏ ਮੁੰਡੇ ਨੂੰ ਦੇਖਣ ਲਈ ਕਹਾਣੀਕਾਰ ਕਿਸ ਨੂੰ ਆਪਣੇ ਨਾਲ ਲੈ ਕੇ ਗਿਆ?
ਕਿਸ ਨੂੰ ਲੈ ਗਿਆ ਸੀ? ਆਪਣੇ ਦੋਸਤ ਨੂੰ। ਜਦੋਂ ਕਹਾਣੀਕਾਰ ਮੁੰਡਾ ਦੇਖਣ ਗਿਆ ਸੀ ਤਾਂ ਕਿਹਨੂੰ ਲੈ ਗਿਆ ਸੀ? ਆਪਣੇ ਦੋਸਤ ਨੂੰ ਨਾਲ ਲੈ ਗਿਆ ਸੀ। ਨੈਕਸਟ, ਰਾਣੀ ਦੀ ਉਮਰ ਕਿੰਨੇ ਕੁ ਵਰਿਆਂ ਦੀ ਸੀ? 25 ਕੁ ਸਾਲ। ਪਰਦੇਸੀ ਕਾਕਾ ਜਿਹੜਾ ਪਰਦੇਸੀ ਮੁੰਡਾ ਸੀ ਕਿਸ ਦੇ ਨਾਲ ਕਹਾਣੀਕਾਰ ਦੇ ਘਰ ਆਇਆ ਸੀ ਕੁੜੀ ਦੇਖਣ ਵਾਸਤੇ? ਆਪਣੀ ਮਾਂ ਨਾਲ। ਵਿਦੇਸ਼ ਨਾ ਜਾਣ ਦੀ ਪੱਕੀ ਜਿੱਦ ਕਿਸ ਨੇ ਕਰ ਲਈ ਸੀ? ਰਾਣੀ ਨੇ। ਰਾਣੀ ਦੀਆਂ ਸਹੇਲੀਆਂ ਦੇ ਕੀ ਨਾਮ ਸਨ? ਰਾਣੀ ਦੀਆਂ ਸਹੇਲੀਆਂ ਜਿਹੜੀਆਂ ਕਿ ਕਹਾਣੀ ਦੇ ਵਿੱਚ ਜਿੱਦਣ ਉਹਨੂੰ ਦੇਖਣ ਆਉਂਦੇ ਉਸ ਦਿਨ ਉਹਦੀਆਂ ਸਹੇਲੀਆਂ ਵੀ ਆਈਆਂ ਹੁੰਦੀਆਂ ਹਨ, ਤਾਂ ਉਹਨਾਂ ਦਾ ਨਾਮ ਕੀ ਸੀ? ਕੁੱਕੀ ਤੇ ਸ਼ੰਮੀ। ਕਹਾਣੀਕਾਰ ਨੇ ਆਪਣੇ ਦੋਸਤ ਨੂੰ ਅੰਤ ਵਿੱਚ ਕਿਸ ਵਰਗਾ ਜਵਾਬ ਦੇ ਦਿੱਤਾ? ਦੁੱਧ ਵਰਗਾ ਚਿੱਟਾ ਜਵਾਬ ਦਿੱਤਾ। ਰਾਣੀ ਕਿੰਨੀ ਪੜ੍ਹੀ ਲਿਖੀ ਕੁੜੀ ਸੀ? ਰਾਣੀ ਨੇ MA BEd ਕੀਤੀ ਹੋਈ ਸੀ। ਕਈ ਵਾਰ ਬੇਰੁਜ਼ਗਾਰ ਕੁੜੀਆਂ ਦਾ ਇਕੱਠ ਪਾਣੀ ਵਾਲੀ ਟੈਂਕੀਆਂ 'ਤੇ ਚੜ੍ਹ ਕੇ ਕੀ ਕਰਨ ਲਈ ਮਜਬੂਰ ਹੋ ਜਾਂਦਾ ਹੈ? ਆਤਮ ਹੱਤਿਆ ਕਰਨ ਲਈ। ਕਹਾਣੀਕਾਰ ਦੀ ਕਿਹੜੀ ਇੱਛਾ ਲਾਲਚ ਵਿੱਚ ਬਦਲ ਗਈ ਕਿ ਆਪਣੀ ਧੀ ਦਾ ਵਿਆਹ ਪ੍ਰਦੇਸ਼ ਵਿੱਚ ਰਹਿੰਦੇ ਮੁੰਡੇ ਨਾਲ ਕਰ ਦੇਣ ਦੀ, ਅਤੇ ਬਾਅਦ ਵਿੱਚ ਉੱਥੇ ਆਪ ਵੀ ਸੈੱਟ ਹੋ ਜਾਂਦੀ? ਕਿਸ ਦੇ ਵਿਆਹ ਪਿੱਛੋਂ ਸਾਰਾ ਟੱਬਰ ਵਿਦੇਸ਼ ਵਿੱਚ ਸੈੱਟ ਹੋਣ ਬਾਰੇ ਸੋਚ ਰਿਹਾ ਸੀ? ਰਾਣੀ ਦੇ ਵਿਆਹ ਪਿੱਛੋਂ। ਕਹਾਣੀਕਾਰ ਨੂੰ ਆਪਣੀ ਧੀ ਕਿਹੜਾ ਖਜ਼ਾਨਾ ਲੱਗ ਰਹੀ ਸੀ? ਕੋਰੂ ਦਾ ਖਜ਼ਾਨਾ, ਬਹੁਤ ਵੱਡਾ ਖਜ਼ਾਨਾ, ਕੋਰੂ ਦਾ ਖਜ਼ਾਨਾ। ਕਹਾਣੀਕਾਰ ਕਿਹੜੇ ਲੋਕਾਂ ਦੀ ਭਾਲ ਕਰਕੇ ਮਿੱਤਰ ਬਣਾਉਣ ਦੀ ਕੋਸ਼ਿਸ਼ ਕਰਦਾ ਸੀ? ਕਹਾਣੀਕਾਰ ਕਿਹਨਾਂ ਨੂੰ ਆਪਣਾ ਦੋਸਤ ਬਣਾਉਣਾ ਚਾਹੁੰਦਾ ਸੀ? ਜਿਨ੍ਹਾਂ ਦੇ ਪੁੱਤਰ ਜਾਂ ਕੋਈ ਰਿਸ਼ਤੇਦਾਰ ਵਿੱਚੋਂ ਮੁੰਡੇ ਜਿਹੜੇ ਹੈ ਬਾਹਰ ਗਏ ਹੋਏ ਹਨ। ਕਹਾਣੀਕਾਰ ਦੀ ਉਸਦੀ ਪਤਨੀ ਕਿਸ ਨਾਲ ਆਪਣੀ ਗੱਲ ਕਦੇ ਵੀ ਸਾਂਝੀ ਨਹੀਂ ਸੀ ਕਰਦੇ? ਆਪਣੀ ਧੀ ਨਾਲ। ਉਹਨਾਂ ਨੇ ਕਦੇ ਵੀ ਆਪਣੀ ਧੀ ਨਾਲ ਕੋਈ ਗੱਲ ਸਾਂਝੀ ਨਹੀਂ ਸੀ ਕੀਤੀ ਵੀ ਅਸੀਂ ਤੇਰਾ ਵਿਆਹ ਕਰਨਾ ਹੈ, ਅਸੀਂ ਤੇਰਾ ਇਸ ਤਰ੍ਹਾਂ ਦੇ ਮੁੰਡੇ ਨਾਲ ਕਰਾਂਗੇ। ਉਹ ਜਿਹੜਾ ਵੀ ਫੈਸਲਾ ਲੈਂਦੇ ਸੀ ਮਾਂ ਬਾਪ ਆਪ ਹੀ ਲੈਂਦੇ ਸਨ। ਕੈਨੇਡਾ ਦਾ ਮੁੰਡਾ ਪੰਜਾਬ ਵਿੱਚ ਕੀ ਕਰਨ ਆਇਆ ਸੀ? ਵਿਆਹ ਕਰਵਾਉਣ ਵਾਸਤੇ ਆਇਆ ਸੀ। ਕੈਨੇਡਾ ਤੋਂ ਆਏ ਮੁੰਡੇ ਦੀ ਉਮਰ ਕਿੰਨੇ ਕੁ ਵਰਿਆਂ ਦੀ ਸੀ? 40-45 ਵਰਿਆਂ ਦੀ। ਦੋਸਤ ਦੀ ਗੱਲ ਸੁਣ ਕੇ ਉਸਦੇ ਚਿਹਰੇ ਦਾ ਰੰਗ ਪੀਲਾ ਪੈ ਗਿਆ। ਕਿਸ ਦਾ ਰੰਗ ਪੀਲਾ ਪੈ ਗਿਆ ਸੀ? ਜੋ ਦੋਸਤ ਨੇ ਕਿਹਾ ਵੀ ਮੁੰਡੇ ਦੀ ਉਮਰ 40-45 ਸਾਲ ਦੀ ਹੈ, ਤਾਂ ਕਹਾਣੀਕਾਰ ਦਾ ਰੰਗ ਪੀਲਾ। ਕਿਸ ਦੇ ਦਬਾਅ ਵਾਲੀ ਗੱਲ ਹੇਠ ਦੱਬ ਕੇ ਕਹਾਣੀਕਾਰ ਮੂੰਹੋਂ ਕੁਝ ਵੀ ਨਾ ਬੋਲਿਆ? ਦੋਸਤ ਦੀ ਗੱਲ ਹੇਠ ਦੱਬ ਕੇ। ਜਦੋਂ ਉਹਦੇ ਦੋਸਤ ਨੇ ਕਿਹਾ ਫਿਰ ਕੀ ਹੋ ਗਿਆ ਵੀ ਬਾਹਰ ਗਏ ਮੁੰਡੇ ਜਿਹੜੇ ਹੈ ਅਕਸਰ ਹੀ ਸੈੱਟ ਹੁੰਦੇ, ਉਹਨਾਂ ਦੀ ਉਮਰ ਇੰਨੀ ਹੋ ਜਾਂਦੀ ਹੈ, ਤਾਂ ਉਸ ਦੀ ਗੱਲ ਹੇਠ ਦੱਬ ਕੇ ਕੋਈ ਮੂੰਹੋਂ ਕੁਝ ਨਾ ਬੋਲ ਸਕਿਆ। ਸ਼ਾਮ ਨੂੰ ਘਰ ਆ ਕੇ ਕਹਾਣੀਕਾਰ ਨੇ ਰਿਸ਼ਤੇ ਬਾਰੇ ਕਿਸ ਨਾਲ ਗੱਲ ਕੀਤੀ? ਆਪਣੀ ਪਤਨੀ ਨਾਲ। ਅੰਤ ਨੂੰ ਰਾਣੀ ਦੀ ਗੱਲ ਨਾਲ ਕੌਣ ਸਹਿਮਤ ਹੋ ਗਿਆ? ਕਹਾਣੀਕਾਰ। ਜਦੋਂ ਕਹਾਣੀਕਾਰ ਦੀ ਧੀ ਨੇ ਕਿਹਾ, ਰਾਣੀ ਨੇ ਕਿਹਾ ਵੀ ਜੇ ਮੇਰਾ ਵਿਆਹ ਕਰ ਦਿੱਤਾ ਤਾਂ ਮੈਂ ਆਤਮ ਹੱਤਿਆ ਕਰ ਲੂੰਗੀ, ਤਾਂ ਅਖੀਰ 'ਤੇ ਕੌਣ ਸਹਿਮਤ ਹੋਇਆ? ਕਹਾਣੀਕਾਰ। ਸਹੁਰਿਆਂ ਤੋਂ ਤੰਗ ਆ ਕੇ ਕਿਸ ਨੇ ਕੈਨੇਡਾ ਦੇ ਸਮੁੰਦਰ ਵਿੱਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਸੀ? ਕਹਾਣੀਕਾਰ ਦੇ ਇੱਕ ਮਸਤ ਦੋਸਤ ਦੀ ਕੁੜੀ ਨੇ, ਉਸਨੇ ਵੀ ਇਸੇ ਤਰ੍ਹਾਂ ਹੀ ਕੈਨੇਡਾ ਦੇ ਸਮੁੰਦਰ ਦੇ ਵਿੱਚ ਛਾਲ ਮਾਰ ਦਿੱਤੀ ਸੀ, ਤਾਂ ਜਿਸ ਦੇ ਕਾਰਨ ਕਹਾਣੀਕਾਰ ਨੂੰ ਡਰ ਸੀ ਜੇ ਵੀ ਅਸੀਂ ਜ਼ਬਰਦਸਤੀ ਇਸ ਦਾ ਵਿਆਹ ਕੀਤਾ ਕਿਤੇ ਮੇਰੀ ਧੀ ਵੀ ਸਮੁੰਦਰ ਖੂਹ ਜਾਂ ਟੋਭੇ ਵਿੱਚ ਛਾਲ ਮਾਰ ਕੇ ਆਤਮ ਹੱਤਿਆ ਨਾ ਕਰ ਲਵੇ। ਪ੍ਰਦੇਸ਼ ਨਾ ਜਾਣ ਦੀ ਅੜੀ ਕਰਕੇ ਰਾਣੀ ਧੀ ਨੇ ਕਿਸ ਦੇ ਕਪਾਟ ਖੋਲ੍ਹ ਦਿੱਤੇ? ਕਹਾਣੀਕਾਰ। ਹਾਂਜੀ, ਹੁਣ ਇਹਦੇ ਵਿੱਚ ਤੁਹਾਨੂੰ 1-1 ਨੰਬਰ ਅਤੇ 2-2 ਨੰਬਰ ਵਾਲੇ ਕੁਐਸਚਨ ਆਉਣੇ, ਜਿਸ ਕਰਕੇ ਆਪਾਂ ਨੂੰ 2 ਨੰਬਰ ਵਾਲੇ ਪ੍ਰਸ਼ਨ ਵੀ ਕਰਨੇ ਪੈਣਗੇ। ਕੀ ਕਹਾਣੀ ਦੀ ਪਾਤਰ ਰਾਣੀ ਪ੍ਰਦੇਸ਼ ਜਾਣਾ ਚਾਹੁੰਦੀ ਸੀ? ਰਾਣੀ ਪ੍ਰਦੇਸ਼ ਜਾਣ ਦੀ ਇੱਛੁਕ ਬਿਲਕੁਲ ਵੀ ਨਹੀਂ ਸੀ, ਕਿਉਂਕਿ ਉਸਨੇ ਖਬਰਾਂ ਪੜ੍ਹੀਆਂ ਅਤੇ ਸੁਣੀਆਂ ਹੋਈਆਂ ਸਨ ਕਿ ਕਿਸ ਤਰ੍ਹਾਂ ਬਾਹਰਲੇ ਮੁੰਡੇ ਧੋਖੇ ਨਾਲ ਇੱਧਰੋਂ ਕੁੜੀਆਂ ਵਿਆਹ ਕੇ ਲੈ ਜਾਂਦੇ ਹਨ ਅਤੇ ਦਾਜ ਦੇ ਰੂਪ ਵਿੱਚ ਲੱਖਾਂ ਰੁਪਏ ਹੜੱਪ ਕੇ ਲੈ ਜਾਂਦੇ ਹਨ। ਉਹਨੂੰ ਇੱਕੋ ਹੀ ਗੱਲ ਦਾ ਪਤਾ ਸੀ ਕਿ ਬਾਹਰਲੇ ਮੁੰਡੇ 'ਤੇ ਕੁੜੀਆਂ ਨਾਲ ਵਿਆਹ ਨਹੀਂ ਕਰਾਉਣ ਆਉਂਦੇ, ਬਲਕਿ ਲਾਲਚ ਦੇ ਨਾਲ ਇੱਥੋਂ ਦਾਜ ਦੇ ਰੂਪ ਵਿੱਚ ਲੈ ਜਾਂਦੇ ਪੈਸੇ ਅਤੇ ਕੁੜੀਆਂ ਨੂੰ ਇੱਥੋਂ ਲੈ ਕੇ ਨਹੀਂ ਜਾਂਦੇ। ਕੀ ਲੋਕ ਆਪਣੇ ਬੱਚਿਆਂ ਨੂੰ ਵਿਦੇਸ਼ ਭੇਜ ਕੇ ਸੰਤੁਸ਼ਟ ਹਨ? ਲੋਕ ਆਪਣੇ ਬੱਚਿਆਂ ਨੂੰ ਵਿਦੇਸ਼ ਭੇਜ ਕੇ ਸੰਤੁਸ਼ਟ ਨਹੀਂ ਹਨ, ਭਾਵੇਂ ਉਹ ਕਿਸੇ ਨਿੱਜੀ ਸਵਾਰਥ, ਕਿਉਂਕਿ ਉਹਨਾਂ ਨੂੰ ਇਹ ਹੁੰਦਾ ਵੀ ਸਾਡਾ ਬੱਚਾ ਬਾਹਰ ਜਾ ਕੇ ਸੈੱਟ ਹੋ ਜਾਊਗਾ, ਇਸ ਕਰਕੇ ਭੇਜ ਦਿੰਦੇ ਹਨ। ਪਰ ਅਜੋਕੀਆਂ ਖਬਰਾਂ ਨੂੰ ਪੜ੍ਹ ਸੁਣ ਕੇ ਉਹ ਆਪਣੇ ਬੱਚਿਆਂ ਦੇ ਭਵਿੱਖ ਨੂੰ ਸੋਚ ਕੇ ਅਜਿਹਾ ਕਰਨ ਤੋਂ ਡਰਦੇ ਹਨ, ਕਿਉਂਕਿ ਕੁਝ ਲੋਭੀ ਮੁੰਡੇ ਇੱਧਰੋਂ ਪੜ੍ਹੀਆਂ ਲਿਖੀਆਂ ਕੁੜੀਆਂ ਨੂੰ ਵਿਆਹ ਦਾ ਲਾਲਚ ਦੇ ਕੇ ਵਿਦੇਸ਼ ਲੈ ਜਾਂਦੇ ਹਨ ਅਤੇ ਦਹੇਜ ਵਿੱਚ ਮੋਟੀ ਰਕਮ ਕੁੜੀ ਵਾਲਿਆਂ ਪਾਸੋਂ ਪ੍ਰਾਪਤ ਕਰਦੇ ਹਨ। ਉਹ ਵਿਆਹ ਕਰਵਾ ਕੇ ਕਈ ਵਾਰੀ ਵਾਪਸ ਵੀ ਨਹੀਂ ਪਰਤਦੇ। ਕਈ ਵਾਰ ਉਹ ਵਿਆਹੀ ਕੁੜੀ ਨੂੰ ਵਿਦੇਸ਼ ਜਾਣ ਤੋਂ ਬਾਅਦ ਤਲਾਕ ਵੀ ਦੇ ਦਿੰਦੇ ਹਨ। ਦੂਜੇ ਪਾਸੇ ਵਿਦੇਸ਼ ਗਏ ਮੁੰਡਿਆਂ ਨਾਲ ਵੀ ਏਜੰਟਾਂ ਵੱਲੋਂ ਵੀ ਧੋਖੇ ਹੁੰਦੇ ਰਹਿੰਦੇ ਹਨ। ਜ਼ਮੀਨਾਂ ਜਾਇਦਾਦਾਂ ਵੇਚ ਕੇ ਵਿਦੇਸ਼ਾਂ ਵਿੱਚ ਰੁਜ਼ਗਾਰ ਦੀ ਭਾਲ ਵਿੱਚ ਗਏ ਨੌਜਵਾਨ ਰੁਲਦੇ ਵੇਖੇ ਜਾ ਸਕਦੇ ਹਨ, ਕਿਉਂਕਿ ਜਿਹੜੇ ਬਾਹਰ ਜਾਂਦੇ ਆ ਲੋਕ ਬਾਹਲੇ ਸੰਤੁਸ਼ਟ ਨਹੀਂ। ਦੇਖੋ ਇੱਕ ਟਰੈਂਡ ਦਾ ਬਣਿਆ ਹੋਇਆ ਵੀ ਅਸੀਂ ਆਪਣੇ ਬੱਚਿਆਂ ਨੂੰ ਬਾਹਰ ਭੇਜ ਰਹੇ ਹਾਂ, ਪਰੰਤੂ ਜਿਹੜੇ ਬੱਚੇ ਬਾਹਰ ਚਲੇ ਜਾਂਦੇ ਉਹਨਾਂ ਦੇ ਮਾਂ-ਬਾਪ ਨੂੰ ਪੁੱਛੋ ਉਹ ਬਾਹਲੇ ਸੰਤੁਸ਼ਟ ਨਹੀਂ, ਕਿਉਂਕਿ ਇੱਥੋਂ ਉਹਨਾਂ ਦੀ ਸਾਰੀ ਜ਼ਮੀਨ ਜਾਇਦਾਦ ਵੇਚੀ ਜਾਂਦੀ ਆ। ਉੱਥੇ ਮੁੰਡਿਆਂ ਨੂੰ ਚੰਗੀਆਂ ਨੌਕਰੀਆਂ ਨਹੀਂ ਮਿਲਦੀਆਂ, ਉਹ ਲੋਕਾਂ ਦੀਆਂ ਗੁਲਾਮੀਆਂ ਕਰਨੀਆਂ ਪੈਂਦੀਆਂ ਹਨ ਅਤੇ ਕਈ ਵਾਰੀ ਬੱਚਿਆਂ ਨੂੰ ਨੌਕਰੀਆਂ ਵੀ ਨਹੀਂ ਮਿਲਦੀਆਂ। ਉੱਥੇ ਦਿਨ ਰਾਤ ਮਿਹਨਤ ਕਰਨੀ ਪੈਂਦੀ ਹੈ, ਜਿਸ ਦੇ ਕਰਕੇ ਜ਼ਿਆਦਾ ਸੰਤੁਸ਼ਟ ਨਹੀਂ ਹਨ। ਵਿਦੇਸ਼ਾਂ ਵਿੱਚ ਰਹਿ ਰਹੇ ਪੰਜਾਬੀਆਂ ਬਾਰੇ ਕਹਾਣੀ ਦੇ ਆਧਾਰ 'ਤੇ ਆਪਣੇ ਵਿਚਾਰ ਪੇਸ਼ ਕਰੋ। ਵਿਦੇਸ਼ਾਂ ਵਿੱਚ ਰਹਿ ਰਹੇ ਪੰਜਾਬੀਆਂ ਦਾ ਜੀਵਨ ਕੋਈ ਬਾਹਲਾ ਜ਼ਿਆਦਾ ਵਧੀਆ ਨਹੀਂ ਹੈ। ਉਹੀ ਜਿਹੜੇ ਪੰਜਾਬੀਆਂ ਨੂੰ ਆਪਣੀ ਰੋਜੀ ਰੋਟੀ ਲਈ ਦਿਨ ਰਾਤ ਮਿਹਨਤ ਕਰਨੀ ਪੈਂਦੀ ਹੈ ਅਤੇ ਇਸ ਤਰ੍ਹਾਂ ਰੁਜ਼ਗਾਰ ਦੀ ਭਾਲ ਦੇ ਵਿੱਚ ਕਈ ਵਾਰੀ ਉਹਨਾਂ ਦੀ ਉਮਰ ਵੀ ਲੰਘ ਜਾਂਦੀ ਹੈ ਅਤੇ ਉਹ ਵਿਆਹ ਕਰਵਾਉਣ ਦੀ ਉਹਨਾਂ ਦੀ ਉਮਰ 40 45 ਸਾਲ ਦੀ ਹੋ ਜਾਂਦੀ ਹੈ ਅਤੇ ਬਾਅਦ ਵਿੱਚ ਉਹਨਾਂ ਨੂੰ ਕੋਈ ਚੰਗਾ ਰਿਸ਼ਤਾ ਵੀ ਨਹੀਂ ਲੱਭਦਾ।
ਹਾਂਜੀ, ਇਸ ਤੋਂ ਬਾਅਦ ਹੈ ਕਹਾਣੀਕਾਰ ਕਿਸ ਤਰ੍ਹਾਂ ਦੀ ਸੋਚ ਦਾ ਧਾਰਨੀ ਸੀ। ਕਹਾਣੀਕਾਰ ਵੀ ਉਹਨਾਂ ਮਾਪਿਆਂ ਵਰਗੀ ਸੋਚ ਦਾ ਧਾਰਨੀ ਸੀ ਜੋ ਆਪਣੇ ਮੁੰਡੇ ਕੁੜੀਆਂ ਨੂੰ ਵਿਦੇਸ਼ਾਂ ਵਿੱਚ ਤੋਰ ਕੇ ਆਪਣੇ ਪਰਿਵਾਰ ਨੂੰ ਆਰਥਿਕ ਤੌਰ 'ਤੇ ਖੁਸ਼ਹਾਲ ਦੇਖਣ ਦੀ ਇੱਛਾ ਰੱਖਦੇ ਸਨ। ਧੀ ਦੀ ਬੇਰੁਜ਼ਗਾਰੀ ਵੇਖ ਕੇ ਕਹਾਣੀਕਾਰ ਦੀ ਪਤਨੀ ਨੇ ਉਸ ਨੂੰ ਕੀ ਸਲਾਹ ਦਿੱਤੀ। ਕਹਾਣੀਕਾਰ ਦੀ ਪਤਨੀ ਨੇ ਆਪਣੀ ਧੀ ਦੀ ਬੇਰੁਜ਼ਗਾਰੀ ਨੂੰ ਵੇਖ ਕੇ ਆਪਣੇ ਪਤੀ ਨੂੰ ਸਲਾਹ ਦਿੱਤੀ ਕਿ ਕਿਉਂ ਨਾ ਵਿਦੇਸ਼ ਵਿੱਚ ਕੋਈ ਮੁੰਡਾ ਲੱਭ ਕੇ ਆਪਣੀ ਧੀ ਰਾਣੀ ਨੂੰ ਵਿਦੇਸ਼ ਭੇਜ ਦੇਣ। ਬੇਰੁਜ਼ਗਾਰ ਧੀਆਂ ਵੱਲੋਂ ਨੌਕਰੀ ਮੰਗਣ 'ਤੇ ਸਮੇਂ ਦੀਆਂ ਸਰਕਾਰਾਂ ਵੱਲੋਂ ਕੀ ਸਲੂਕ ਕੀਤਾ ਜਾਂਦਾ ਹੈ। ਜਦੋਂ ਬੱਚੇ ਪੜ੍ਹ ਲਿਖ ਜਾਂਦੇ ਹਨ ਤਾਂ ਸਰਕਾਰ ਕੋਲੋਂ ਨੌਕਰੀ ਮੰਗਦੇ ਹਨ ਤਾਂ ਸਰਕਾਰ ਉਹਨਾਂ ਨਾਲ ਕੀ ਸਲੂਕ ਕਰਦੀ ਹੈ। ਪੜ੍ਹੀਆਂ ਲਿਖੀਆਂ ਬੇਰੁਜ਼ਗਾਰ ਕੁੜੀਆਂ ਵੱਲੋਂ ਜਾਂਦੇ ਸਮੇਂ ਦੀਆਂ ਸਰਕਾਰਾਂ ਪਾਸੋਂ ਨੌਕਰੀ ਦੀ ਮੰਗ ਕੀਤੀ ਜਾਂਦੀ ਹੈ ਅਤੇ ਤਾਂ ਪੁਲਿਸ ਵੱਲੋਂ ਉਹਨਾਂ ਨੂੰ ਡਾਂਗਾਂ ਨਾਲ ਕੁੱਟਿਆ ਜਾਂਦਾ ਹੈ। ਧਰਨੇ ਮੁਜ਼ਾਹਰੇ ਕਰਦੀਆਂ ਕੁੜੀਆਂ ਦੀਆਂ ਗੁੱਤਾਂ ਪੁੱਟੀਆਂ ਜਾਂਦੀਆਂ ਹਨ ਅਤੇ ਲੱਤਾਂ ਬਾਹਾਂ ਤੋਂ ਫੜ ਕੇ ਘੜੀਸਿਆ ਜਾਂਦਾ ਹੈ। ਇਹਨਾਂ ਗੱਲਾਂ ਤੋਂ ਡਰਦੀ ਹੀ ਜਿਹੜੀ ਕਹਾਣੀਕਾਰ ਦੀ ਪਤਨੀ ਸੀਗੀ ਉਸਨੇ ਕਿਹਾ ਸੀਗਾ ਵੀ ਆਪਾਂ ਆਪਣੀ ਧੀ ਦਾ ਵਿਆਹ ਬਾਹਰਲੇ ਮੁੰਡੇ ਨਾਲ ਕਰਦੇ ਹਾਂ। ਕਈ ਵਾਰੀ ਬੇਰੁਜ਼ਗਾਰ ਕੁੜੀਆਂ ਦੇ ਇਕੱਠ ਕੀ ਕਰਨ ਲਈ ਮਜਬੂਰ ਹੋ ਜਾਂਦਾ ਹੈ। ਕਈ ਵਾਰੀ ਬੇਰੁਜ਼ਗਾਰ ਬੱਚੇ ਕਿਹੜੇ ਹੁੰਦੇ ਆ ਜਿਨ੍ਹਾਂ ਨੂੰ ਪੜ੍ਹ ਲਿਖ ਕੇ ਨੌਕਰੀ ਨਹੀਂ ਮਿਲਦੀ। ਕਈ ਵਾਰੀ ਬੇਰੁਜ਼ਗਾਰ ਕੁੜੀਆਂ ਦੇ ਇਕੱਠ ਜਦੋਂ ਉਹਨਾਂ ਨੂੰ ਨੌਕਰੀ ਨਹੀਂ ਮਿਲਦੀ ਤਾਂ ਪਾਣੀ ਵਾਲੀਆਂ ਟੈਂਕੀਆਂ ਉੱਪਰ ਚੜ੍ਹ ਕੇ ਆਤਮ ਹੱਤਿਆ ਕਰਨ ਲਈ ਮਜਬੂਰ ਹੋ ਜਾਂਦਾ ਹੈ। ਕਈ ਵਾਰੀ ਆਪਣੇ ਆਪ ਨੂੰ ਅੱਗਾਂ ਵਿੱਚ ਸਾੜ ਲੈਣ ਲਈ ਵੀ ਮਜਬੂਰ ਹੋ ਜਾਂਦੀਆਂ ਹਨ। ਕਹਾਣੀਕਾਰ ਦੀ ਉਸਦੀ ਪਤਨੀ ਨੇ ਆਪਣੀ ਧੀ ਰਾਣੀ ਪ੍ਰਤੀ ਕਿਹੜਾ ਇਰਾਦਾ ਪੱਕਾ ਬਣਾ ਲਿਆ ਸੀ। ਕਹਾਣੀਕਾਰ ਤੇ ਉਸਦੀ ਪਤਨੀ ਨੇ ਆਪਣੀ ਧੀ ਰਾਣੀ ਪ੍ਰਤੀ ਇਹ ਪੱਕਾ ਇਰਾਦਾ ਬਣਾ ਲਿਆ ਸੀ ਕਿ ਉਹ ਆਪਣੀ ਧੀ ਨੂੰ ਪਰਦੇਸ ਭੇਜ ਕੇ ਸਮਾਜ ਵਿੱਚ ਆਪਣੀ ਸ਼ਾਨ ਬਣਾਉਣਗੇ ਵੀ ਅਸੀਂ ਵੀ ਲੋਕਾਂ ਨੂੰ ਸ਼ਾਨ ਨਾਲ ਕਹਾਂਗੇ ਸਾਡੀ ਧੀ ਬਾਹਰ ਗਈ ਹੋਈ ਹੈ। ਕਹਾਣੀਕਾਰ ਤੇ ਉਸਦੀ ਪਤਨੀ ਨੇ ਆਪਣੀ ਧੀ ਰਾਣੀ ਪ੍ਰਤੀ ਕਿਹੜਾ ਇਰਾਦਾ ਪੱਕਾ ਬਣਾ ਲਿਆ। ਹਾਂਜੀ, ਇਸ ਤੋਂ ਬਾਅਦ ਵਿਦੇਸ਼ੋਂ ਆਏ ਮੁੰਡੇ ਨੂੰ ਦੇਖ ਕੇ ਕਹਾਣੀਕਾਰ ਦਾ ਮਨ ਕੱਚਾ ਕਿਉਂ ਹੋ ਗਿਆ। ਜਦੋਂ ਆਪਣੇ ਮਿੱਤਰ ਦੇ ਨਾਲ ਕਹਾਣੀਕਾਰ ਕੈਨੇਡਾ ਤੋਂ ਆਏ ਮੁੰਡੇ ਨੂੰ ਦੇਖਣ ਲਈ ਗਿਆ ਤਾਂ ਮੁੰਡੇ ਦੀ ਉਮਰ ਵਧੇਰੇ ਹੋਣ ਕਰਕੇ ਉਸਦਾ ਮਨ ਕੱਚਾ ਜਿਹਾ ਹੋ ਗਿਆ। ਉਸਦੀ ਧੀ ਅਤੇ ਮੁੰਡੇ ਦੀ ਉਮਰ ਵਿੱਚ ਬਹੁਤ ਜ਼ਿਆਦਾ ਫਰਕ ਸੀ, ਅੱਧੋ ਅੱਧ ਦਾ ਹੀ ਫਰਕ ਸੀ ਕਿਉਂਕਿ ਕੁੜੀ ਦੀ ਉਮਰ 25 ਸਾਲ ਦੀ ਅਤੇ ਮੁੰਡੇ ਦੀ 45 ਸਾਲ ਦੀ। ਜਦੋਂ ਕਹਾਣੀਕਾਰ ਨੇ ਆਪਣੇ ਦੋਸਤ ਨੂੰ ਮੁੰਡੇ ਦੀ ਵਧੇਰੀ ਉਮਰ ਬਾਰੇ ਜ਼ਿਕਰ ਕੀਤਾ ਤਾਂ ਅਗਾਂਹ ਦੋਸਤ ਨੇ ਕੀ ਜਵਾਬ ਦਿੱਤਾ। ਕਿਹਾ ਸੀ ਜਦੋਂ ਕਹਾਣੀਕਾਰ ਨੇ ਕੈਨੇਡਾ ਵਿੱਚੋਂ ਆਏ ਮੁੰਡੇ ਦੀ ਵਧੇਰੀ ਉਮਰ ਦਾ ਜ਼ਿਕਰ ਕੀਤਾ ਆਪਣੇ ਦੋਸਤ ਕੋਲ ਕੀਤਾ ਤਾਂ ਉਸਨੇ ਕਹਾਣੀਕਾਰ ਨੂੰ ਸਮਝਾਉਂਦਿਆਂ ਕਿਹਾ ਕਿ ਉਹ ਤਾਂ ਬਿਲਕੁਲ ਹੀ ਕਮਲਾ ਹੈ। ਅੱਜ ਕੱਲ੍ਹ ਪ੍ਰਦੇਸ਼ ਦੇ ਮੁੰਡਿਆਂ ਦੀ ਉਮਰ ਤਾਂ ਝਟਪਟ ਹੀ ਲੰਘ ਜਾਂਦੀ ਹੈ। ਅੱਜ ਕੱਲ੍ਹ 45 ਸਾਲ ਦੀ ਉਮਰ ਵੀ ਕੋਈ ਜ਼ਿਆਦਾ ਹੁੰਦੀ ਹੈ। ਕਹਾਣੀਕਾਰ ਨੇ ਵਿਦੇਸ਼ੋਂ ਆਏ ਮੁੰਡੇ ਦੀ ਵਧੇਰੀ ਉਮਰ ਦਾ ਜ਼ਿਕਰ ਜਦੋਂ ਆਪਣੀ ਪਤਨੀ ਅੱਗੇ ਕੀਤਾ ਤਾਂ ਉਸਨੇ ਵੀ ਕੀ ਉੱਤਰ ਦਿੱਤਾ। ਕਿਉਂਕਿ ਕਹਾਣੀਕਾਰ ਦਾ ਮਨ ਨਹੀਂ ਸੀ ਰਿਹਾ ਵੀ ਏਡੇ ਵੱਡੇ ਮੁੰਡੇ ਨਾਲ ਕਰਨ ਦਾ, ਪਰੰਤੂ ਜਦੋਂ ਉਸਨੇ ਵਧੇਰੀ ਉਮਰ ਦਾ ਜ਼ਿਕਰ ਆਪਣੀ ਪਤਨੀ ਕੋਲ ਕੀਤਾ ਤਾਂ ਪਤਨੀ ਨੇ ਕੀ ਕਿਹਾ। ਕੈਨੇਡਾ ਵਿੱਚੋਂ ਆਏ ਮੁੰਡੇ ਦੀ ਵੱਡੀ ਉਮਰ ਦਾ ਜ਼ਿਕਰ ਜਦੋਂ ਕਹਾਣੀਕਾਰ ਨੇ ਆਪਣੀ ਪਤਨੀ ਅੱਗੇ ਕੀਤਾ ਤਾਂ ਉਸਨੇ ਕਹਾਣੀਕਾਰ ਦੀ ਗੱਲ ਨੂੰ ਅਣਗੌਲਿਆਂ ਕਰਦਿਆਂ ਕਿਹਾ ਕਿ ਬਾਹਰ ਗਏ ਮੁੰਡਿਆਂ ਦੀਆਂ ਉਮਰਾਂ ਤਾਂ ਤੁਰਦਿਆਂ ਫਿਰਦਿਆਂ ਵਿੱਚ ਹੀ ਲੰਘ ਜਾਂਦੀਆਂ ਹਨ। ਉਹਨਾਂ ਦੀ ਕੁੜੀ ਵੀ ਤਾਂ ਦੀਵਾਲੀ ਨੂੰ 25 ਸਾਲਾਂ ਦੀ ਹੋ ਜਾਊਗੀ ਵੀ ਕੋਈ ਗੱਲ ਨਹੀਂ ਵੀ ਉਮਰ ਜ਼ਿਆਦਾ ਤਾਂ ਵੀ ਕੋਈ ਚੱਕਰ ਨਹੀਂ। ਕਹਾਣੀਕਾਰ ਨੇ ਆਪਣੀ ਧੀ ਦੀ ਵਿਦੇਸ਼ ਨਾ ਜਾਣ ਦੀ ਹੱਠ ਨੂੰ ਵੇਖਦਿਆਂ ਹੋਇਆਂ ਉੱਪਰਲੇ ਮਨੋਂ ਨੂੰ ਕੀ ਸਮਝਾਉਂਦਿਆਂ ਕਿਹਾ। ਜਦੋਂ ਧੀ ਨੇ ਵਿਦੇਸ਼ ਜਾਣ ਤੋਂ ਇਨਕਾਰ ਕਰ ਦਿੱਤਾ ਤਾਂ ਕਹਾਣੀਕਾਰ ਨੇ ਉਸ ਨੂੰ ਉੱਪਰਲੇ ਮਨੋਂ ਸਮਝਾਉਂਦਿਆਂ ਕਿਹਾ ਕਿ ਬੰਦੇ ਬਹੁਤ ਚੰਗੇ ਹਨ, ਤੂੰ ਹੱਠ ਨਾ ਕਰ, ਜਿੱਦ ਨਾ ਕਰ। ਉਹ ਜ਼ਿੰਮੇਵਾਰ ਮਾਪੇ ਹੋਣ ਕਰਕੇ ਅਜਿਹਾ ਕਰ ਰਹੇ ਹਨ ਅਤੇ ਵਿਦੇਸ਼ ਜਾ ਕੇ ਉਹਨਾਂ ਦੀ ਰਾਣੀ ਧੀ ਮੌਜਾਂ ਮਾਣੇਗੀ। ਤਾਂ ਫਿਰ ਜਦੋਂ ਉਹਨੇ ਦੇਖਿਆ ਵੀ ਮੇਰਾ ਪਿਤਾ ਮੰਨ ਨਹੀਂ ਰਿਹਾ ਗਾ, ਕਹਾਣੀਕਾਰ ਮੰਨ ਨਹੀਂ ਰਿਹਾ, ਤਾਂ ਧੀ ਦੀ ਕਿਹੜੀ ਗੱਲ ਸੁਣ ਕੇ ਕਹਾਣੀਕਾਰ ਪੱਥਰ ਹੀ ਬਣ ਕੇ ਰਹਿ ਗਿਆ। ਕਹਾਣੀਕਾਰ ਦੀ ਧੀ ਰਾਣੀ ਨੇ ਆਪਣੇ ਪਿਤਾ ਨੂੰ ਕਿਹਾ ਕਿ ਤੁਸੀਂ ਮੈਨੂੰ ਸਾਰਾ ਟੱਬਰ ਮੈਨੂੰ ਟੂਲ ਬਣਾ ਕੇ ਵਿਦੇਸ਼ ਭੇਜਣ ਲਈ ਇੱਕ ਬੁੱਢੇ ਦੇ ਲੜ ਲਾ ਰਹੇ ਹੋ, ਕਿਉਂਕਿ ਉਹਦੇ ਵਿੱਚ ਤੁਹਾਡਾ ਆਪਣਾ ਲਾਲਚ ਹੈ। ਤੁਸੀਂ ਮੈਨੂੰ ਭੇਜਣ ਤੋਂ ਬਾਅਦ ਆਪ ਸਾਰੇ ਵਿਦੇਸ਼ 'ਚ ਸੈੱਟ ਹੋਣਾ ਚਾਹੁੰਦੇ ਹਾਂ ਅਤੇ ਜੇ ਤੁਸੀਂ ਮੇਰਾ ਇਸ ਬੁੱਢੇ ਨਾਲ ਵਿਆਹ ਕਰਤਾ ਤਾਂ ਉਹ ਕਿਸੇ ਖੂਹ ਜਾਂ ਟੋਬੇ ਵਿੱਚ ਛਾਲ ਮਾਰ ਕੇ ਮਰ ਜਾਵੇਗੀ। ਧੀ ਦੀ ਅਜਿਹੀ ਗੱਲ ਸੁਣ ਕੇ ਹੀ ਕਹਾਣੀਕਾਰ ਪੱਥਰ ਬਣ ਗਿਆ। ਕਹਾਣੀਕਾਰ ਨੇ ਆਪਣੇ ਮਿੱਤਰ ਨੂੰ ਦੁੱਧ ਵਰਗਾ ਚਿੱਟਾ ਜਵਾਬ ਕਿਹੜਾ ਦਿੱਤਾ। ਜਦੋਂ ਦੀ ਧੀ ਨੇ ਆਤਮ ਹੱਤਿਆ ਦੀ ਗੱਲ ਕੀਤੀ ਤਾਂ ਉਸ ਵੇਲੇ ਕਹਾਣੀਕਾਰ ਨੇ ਆਪਣੇ ਮਿੱਤਰ ਨੂੰ ਬਾਹਰ ਬੁਲਾ ਕੇ ਕਿਹਾ। ਧੀ ਵੱਲੋਂ ਵਿਦੇਸ਼ ਵਿੱਚ ਵਿਆਹ ਨਾ ਕਰਾਉਣ ਦੇ ਹੱਟ ਤੋਂ ਬਾਅਦ ਅਤੇ ਧੀ ਵੱਲੋਂ ਖੁਦਕੁਸ਼ੀ ਕਰਨ ਦੇ ਉੱਤਰ ਨੂੰ ਸੁਣ ਕੇ ਕਹਾਣੀਕਾਰ ਨੇ ਆਪਣੇ ਮਿੱਤਰ ਨੂੰ ਦੁੱਧ ਵਰਗਾ ਚਿੱਟਾ ਜਵਾਬ ਦਿੰਦਿਆਂ ਹੋਇਆ ਕਿਹਾ, ਵੇਖ ਭਾਈ, ਤੈਨੂੰ ਜਿਹੜੀ ਤਕਲੀਫ ਅਸੀਂ ਦਿੱਤੀ ਹੈ ਤੇਥੋਂ ਮਾफ़ੀ ਮੰਗਦੇ ਹਾਂ, ਪਰ ਸਾਡੀ ਧੀ ਕਹਿੰਦੀ ਹੈ ਜੇ ਮੇਰਾ ਇਸ ਬੁੱਢੇ ਨਾਲ ਸਿਰ ਨਰਡ ਕਰੋਗੇ ਮਤਲਬ ਜੇ ਮੇਰਾ ਤੁਸੀਂ ਇਸ ਬੁੱਢੇ ਨਾਲ ਵਿਆਹ ਕਰੋਗੇ ਤਾਂ ਮੈਂ ਪਹਿਲਾਂ ਹੀ ਖੁਦਕੁਸ਼ੀ ਕਰ ਲਵਾਂਗੀ। ਹਾਂਜੀ ਬੇਟੇ, ਇਹ ਤਾਂ ਤੁਹਾਡੇ ਸੀਗੇ ਆਪਣਾ ਸਾਹਿਤਕ ਰੰਗ ਚੈਪਟਰ 2 ਪਰਦੇਸ ਨਾ ਤੂੰ ਤੋਰੀ ਬਾਬਲਾ, ਇਹਦੇ ਪ੍ਰਸ਼ਨ ਉੱਤਰ। ਹੁਣ ਜਿਹੜਾ ਤੁਹਾਡਾ April May ਦਾ ਸਿਲੇਬਸ ਹੈ ਉਹ ਤੁਹਾਡਾ ਸਾਰਾ ਕੰਪਲੀਟ ਹੋ ਚੁੱਕਿਆ ਹੋਇਆ ਹੈ। ਸਿਰਫ ਇੱਕ ਈਡੀ ਭਾਗ ਦੇ ਮੁਹਾਵਰੇ ਰਹਿ ਗਏ, ਉਹ ਆਪਾਂ ਲਾਸਟ 'ਤੇ ਕਰਾਂਗੇ। ਹੁਣ ਆਪਾਂ ਜਿਹੜਾ ਚੈਪਟਰ ਕਰ ਚੁੱਕੇ ਹਾਂ ਆਪਾਂ ਉਹਦੀ ਰਿਵੀਜ਼ਨ ਕਰਾਂਗੇ। ਪਹਿਲਾ ਚੈਪਟਰ ਆਪਾਂ ਇੱਕ ਸਧਾਰਨ ਆਦਮੀ ਦੀ ਰਿਵੀਜ਼ਨ ਕਰ ਚੁੱਕੇ ਹਾਂ। ਹੁਣ ਆਪਾਂ ਸੈਕਿੰਡ ਚੈਪਟਰ ਹੈ ਉਹਦੇ ਕੁਐਸਚਨ ਆਨਸਰ ਇਹਨੂੰ ਤੁਸੀਂ ਲਰਨ ਕਰਨੇ ਹੈ ਅਤੇ ਜੇ ਕੋਈ ਵੀ ਪ੍ਰੋਬਲਮ ਹੋਈ ਤਾਂ ਆਪਾਂ ਆਉਂਦੀ ਕਲਾਸ ਦੇ ਵਿੱਚ ਇਸ ਨੂੰ ਸੋਲਵ ਕਰਾਂਗੇ। ਠੀਕ ਹੈ ਬੇਟੇ, ਧੰਨਵਾਦ।